ਯੈਸ ਬੇਟੇ, ਕਾਵ ਰਚਨਾਵਾਂ ਦੇ ਵਿੱਚ ਆਪਣੀ ਸਭ ਤੋਂ ਪਹਿਲੀ ਕਾਵ ਰਚਨਾ ਹੈ ਸੋ ਕਿਉ ਮੰਦਾ ਆਖੀਏ। ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਗੁਰੂ ਨਾਨਕ ਦੇਵ ਜੀ ਦੀ ਇਹ ਰਚਨਾ ਕਿਹੜੀ ਬਾਣੀ ਚੋਂ ਲਈ ਗਈ ਹੈ? ਆਸਾ ਦੀ ਵਾਰ ਤੋਂ। ਉਹਨਾਂ ਦੀ ਪ੍ਰਸਿੱਧ ਬਾਣੀ ਦਾ ਨਾਮ ਹੈ ਆਸਾ ਦੀ ਵਾਰ। ਗੁਰੂ ਨਾਨਕ ਦੇਵ ਜੀ ਨੇ ਇਸ ਰਚਨਾ ਦੇ ਵਿੱਚ ਇਸਤਰੀ ਨੂੰ ਮੰਦਾ ਬੋਲਣ ਤੋਂ ਵਰਜਿਆ, ਇਸਤਰੀ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਇਸਤਰੀ ਜੋ ਕਿ ਸੰਸਾਰ ਦੀ ਜਨਨੀ ਹੈ, ਜਗਤ ਜਨਨੀ ਕਿਆ ਹੈ, ਜਗਤ ਜਨਨੀ ਕਹਿ ਕੇ ਸਤਿਕਾਰਿਆ ਕਿ ਇਸਤਰੀ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ, ਕਿਉਂਕਿ ਇਸਤਰੀ ਨਾਲ ਹੀ ਸਾਰੇ ਕਾਰ ਵਿਹਾਰ, ਸਾਰੇ ਰਿਸ਼ਤੇ ਨਾਤੇ ਨਿਭਦੇ ਨੇ। ਇਸਤਰੀ ਤਾਂ ਮਮਤਾ ਦੀ ਮੂਰਤ ਹੈ। ਇਸਤਰੀ ਤਾਂ ਭੈਣ ਦੇ ਰੂਪ ਵਿੱਚ, ਮਾਂ ਦੇ ਰੂਪ ਵਿੱਚ, ਦਾਦੀ ਦੇ ਰੂਪ ਵਿੱਚ, ਧੀ ਦੇ ਰੂਪ ਵਿੱਚ ਸਾਰੇ ਰਿਸ਼ਤੇ ਨਿਭਾਉਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਇਸਤਰੀ ਦੇ ਹੱਕ ਵਿੱਚ ਆਵਾਜ਼ ਉਠਾਈ, ਜਦੋਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਬਰ ਨੇ ਇਸਤਰੀ ਦੀ ਬੜੀ ਬੁਰੀ ਗੱਤ ਕੀਤੀ, ਬੜੀ ਬੇਇੱਜ਼ਤੀ ਕੀਤੀ। ਤਾਂ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਵੀ ਉਲਾਂਭਾ ਦਿੱਤਾ ਸੀ, ਏਤੀ ਮਾਰ ਪਈ ਕੁਰਲਾਨੇ ਤੈਂਕੀ ਦਰਦ ਨਾ ਆਇਆ। ਤੇ ਫਿਰ ਗੁਰੂ ਨਾਨਕ ਦੇਵ ਨੇ ਇਸਤਰੀ ਦੇ ਹੱਕ ਵਿੱਚ ਆਵਾਜ਼ ਉਠਾਈ, ਇਸਤਰੀ ਦੀ ਮਹਾਨਤਾ ਦੱਸੀ। ਔਰ ਗੁਰਬਾਣੀ ਦੇ ਵਿੱਚ ਆਸਾ ਦੀ ਵਾਰ ਦੇ ਵਿੱਚ ਰੋਜ਼ਾਨਾ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹਰੇਕ ਗੁਰਦੁਆਰੇ ਦੇ ਵਿੱਚ। ਗੋਲਡਨ ਟੈਂਪਲ ਤੋਂ ਵੀ ਕੀਰਤਨ ਆਪਾਂ ਲਾਈਵ ਦੇਖਦੇ ਹਾਂ। ਉਹਦੇ ਵਿੱਚ ਰੋਜ਼ਾਨਾ ਇਹ ਸ਼ਬਦ ਪੜਿਆ ਜਾਂਦਾ ਹੈ, ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵਿਆਹੋ। ਭੰਡ ਮੀਨਸ ਇਸਤਰੀ। ਡੇਲੀ ਇਹ ਸ਼ਬਦ ਉਚਾਰਿਆ ਜਾਂਦਾ ਹੈ। ਕਿਉਂ? ਜਾਗਰੂਕਤਾ ਲਈ, ਸੁਚੇਤ ਕਰ ਲਈ ਕਿ ਇਸਤਰੀ ਨੂੰ ਕਦੀ ਮੰਦਾ ਨਾ ਬੋਲੋ। ਬਾਰ-ਬਾਰ ਰਿਵਾਈਜ਼ ਕਰਵਾਇਆ ਗਿਆ ਕਿ ਇਸਤਰੀ ਤੋਂ ਬਿਨਾਂ ਤਾਂ ਘੋਰ ਹਨੇਰਾ ਹੈ ਹਰ ਇੱਕ ਦੀ ਜ਼ਿੰਦਗੀ ਵਿੱਚ। ਆਪਣੀ ਡੇਲੀ ਰੂਟੀਨ 'ਚ ਹੀ ਦੇਖ ਲਓ, ਘਰ ਨੂੰ ਸੰਵਾਰਨ ਵਾਲੀ ਇਸਤਰੀ, ਬੱਚਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲੀ ਇਸਤਰੀ। ਅਜੋਕੇ ਸਮੇਂ ਤਾਂ ਇਸਤਰੀ ਮੋਢੇ ਨਾਲ ਮੋਢਾ ਚੁੱਕ ਕੇ ਪੈਸੇ ਵੀ ਕਮਾ ਰਹੀ ਹੈ, ਅਰਨ ਵੀ ਕਰ ਰਹੀ ਹੈ, ਔਰ ਘਰ ਨੂੰ ਵੀ ਸੰਵਾਰਦੀ ਹੈ, ਸਾਰੇ ਰਿਸ਼ਤੇ ਨਾਤੇ ਵੀ ਨਿਭਾਉਂਦੀ ਹੈ। ਜਿਸ ਘਰ ਵਿੱਚ ਇਸਤਰੀ ਨਾ ਹੋਏ ਤਾਂ ਉਸ ਘਰ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ। ਇਸ ਕਰਕੇ ਇਸਤਰੀ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਹੁਣ ਆਪਾਂ ਲਾਈਨਸ ਦੇ ਅਕੋਰਡਿੰਗ ਕੁਐਸਚਨ ਆਨਸਰ ਵੀ ਕਰਦੇ ਹਾਂ, ਔਰ ਇਹਦੇ ਮੀਨਿੰਗ ਸਮਝਦੇ ਹਨ ਇੱਕ ਇੱਕ ਵਰਡ ਦੇ। ਫਸਟ ਹੈ ਪੈਰਾ, ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵਿਆਹੋ। ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ। ਭੰਡ ਮੂਆ ਭੰਡ ਭਾਲੀਏ ਭੰਡ ਹੋਵੇ ਬੰਦਾਨ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਸਤਰੀ ਜਨਮ ਦਾਤੀ ਹੈ, ਪੈਦਾ ਕਰਨ ਵਾਲੀ ਹੈ। ਜੰਮੀਏ ਪੈਦਾ ਕਰਦੀ ਹੈ, ਇਸਤਰੀ ਤੋਂ ਹੀ ਸਰੀਰ ਬਣਦਾ ਹੈ। ਪਾਲਣਾ ਪੋਸ਼ਣਾ ਵੀ ਇਸਤਰੀ ਕਰਦੀ ਹੈ। ਨਿੰਮੀਏ ਮੀਨਸ ਪਾਲਣਾ ਪੋਸ਼ਣਾ ਵੀ ਕਰਦੀ ਹੈ। ਪ੍ਰਾਣੀ ਦਾ ਸਰੀਰ ਵੀ ਇਸਤਰੀ ਤੋਂ ਬਣਦਾ ਹੈ, ਇਸਤਰੀ ਪੈਦਾ ਕਰਨ ਵਾਲੀ ਹੈ। ਭੰਡ ਮੰਗਣ, ਮੰਗਣੀ ਵੀ ਕੁੜਮਾਈ। ਵਿਆਹ ਦਾ ਰਿਸ਼ਤਾ ਵਿਆਹ ਕਰਨ ਤੋਂ ਪਹਿਲਾਂ ਰਿਸ਼ਤਾ ਤੈਅ ਕਰਨ ਲਈ ਪਹਿਲਾਂ ਰੋਕਾ ਹੁੰਦਾ ਹੈ। ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖਦੇ ਨੇ, ਉਹਨੂੰ ਮੰਗਣੀ ਕਹਿੰਦੇ ਹੈ। ਰਿੰਗ ਸੈਰਾਮਨੀ ਅੱਜ ਕੱਲ੍ਹ ਆਪਾਂ ਅਜੋਕੇ ਸਮੇਂ 'ਚ ਬਹੁਤ ਸਾਰੀਆਂ ਜਿਹੜੀਆਂ ਨੇ ਨਾ ਰਸਮਾਂ ਕਰਨ ਲੱਗ ਗਏ ਹਾਂ। ਬੈਂਗਲ ਸੈਰਾਮਨੀ, ਰਿੰਗ ਸੈਰਾਮਨੀ, ਦੇਖਾ ਦਿਖਾਈ। ਪਰ ਮੇਨ ਗੱਲ ਕੀ ਹੈ ਕਿ ਲੜਕੀ ਨੇ ਲੜਕੇ ਨੂੰ ਦੇਖਣਾ ਤੇ ਉਹਨਾਂ ਦੀ ਮੰਗਣੀ ਹੋਈ ਤੇ ਵਿਆਹ ਦਾ ਬੰਧਨ ਵਿੱਚ ਬੱਝ ਗਏ। ਭੰਡ ਮੰਗਣ ਵਿਆਹੋ, ਵਿਆਹ ਵੀ ਹੁੰਦਾ ਹੈ ਇਸਤਰੀ ਨਾਲ। ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ। ਦੋਸਤੀ ਦਾ ਰਿਸ਼ਤਾ ਵੀ ਇਸਤਰੀ ਨਾਲ ਹੀ ਕਾਇਮ ਹੁੰਦਾ ਹੈ। ਦੋਸਤੀ ਕਿਸੇ ਵੀ ਰੂਪ ਵਿੱਚ ਹੋ ਜੇ, ਭੈਣ ਭਰਾ ਦਾ ਪਿਆਰ ਹੈ, ਮਾਂ ਪੁੱਤਰ ਦਾ ਪਿਆਰ ਹੈ, ਮਾਂ ਤੇ ਬੱਚੇ ਦਾ ਪਿਆਰ ਹੈ, ਦਾਦੀ ਤੇ ਪੋਤੇ ਦਾ ਪਿਆਰ ਹੈ, ਪੋਤਰੀ ਦਾ ਪਿਆਰ ਹੈ, ਪਤੀ ਪਤਨੀ ਦਾ ਰਿਸ਼ਤਾ ਹੈ। ਹਰ ਇੱਕ ਦੇ ਵਿੱਚ ਦੋਸਤੀ ਹੈ, ਸਮਝਦਾਰੀ ਹੈ। ਭੰਡੋ ਚੱਲੇ ਰਾਹੋ, ਇਸਤਰੀ ਦੇ ਰਾਹੀਂ ਹੀ ਸੰਸਾਰ ਦਾ ਵਿਕਾਸ ਹੁੰਦਾ ਹੈ, ਉਤਪਤੀ ਦਾ ਰਾਹ ਖੁੱਲਦਾ ਹੈ। ਰਾਹੋ ਦਾ ਮਤਲਬ ਹੈ ਵੰਸ਼ ਨੂੰ ਵਧਾਉਣ ਵਾਲੀ ਇਸਤਰੀ ਹੈ। ਜੇਕਰ ਇਸਤਰੀ ਨਾ ਹੋਏ ਤਾਂ ਸੰਸਾਰ ਦਾ ਵਿਕਾਸ ਰੁਕ ਜਾਏਗਾ, ਉਤਪਤੀ ਦਾ ਰਾਹ ਬੰਦ ਹੋ ਜਾਏਗਾ। ਉਹ ਲੋਕ ਬਹੁਤ ਹੀ ਮਾੜੇ ਹੁੰਦੇ ਹਨ ਜਿਹੜੇ ਕਿ ਕੁੜੀਆਂ ਨੂੰ ਕੁੱਖ ਵਿੱਚ ਮਾਰ ਦਿੰਦੇ ਨੇ। ਉਹ ਇਹ ਨਹੀਂ ਸਮਝਦੇ ਜੇ ਧੀ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਤਾਂ ਜਿਹੜੇ ਹਰ ਇੱਕ ਨੇ ਮੁੰਡੇ ਦੀ ਖਾਹਿਸ਼ ਹੀ ਰੱਖੀ ਤਾਂ ਵਿਆਹ ਕਿਹਦੇ ਨਾਲ ਹੋਣਗੇ, ਵੰਸ਼ ਕਿਵੇਂ ਚੱਲੇਗਾ, ਸੰਸਾਰ ਕਿਵੇਂ ਅੱਗੇ ਵਿਕਾਸ ਕਰੇਗਾ। ਇਹ ਉਹਨਾਂ ਦੀ ਮੂਰਖਤਾ ਹੈ ਜਿਹੜੇ ਕਿ ਧੀਆਂ ਦੇ ਪ੍ਰਤੀ ਮਾੜੀ ਸੋਚ ਰੱਖਦੇ ਹਨ। ਭੰਡ ਮੂਆ ਭੰਡ ਭਾਲੀਏ ਭੰਡ ਹੋਵੇ ਬੰਦਾਨ। ਕਹਿੰਦਾ
ਸੋਚਣ ਵਾਲੀ ਗੱਲ ਹੈ, ਜਦੋਂ ਕਿਸੇ ਦੇ ਘਰ ਕਿਸੇ ਦੀ ਇਸਤਰੀ ਮਰ ਜਾਂਦੀ ਹੈ ਨਾ, ਮੂਆ ਮੀਨਸ ਮਰ ਜਾਂਦੀ ਹੈ, ਉਹ ਦੂਜੀ ਇਸਤਰੀ ਦੀ ਭਾਲ ਕਰਦਾ ਹੈ। ਉਹਨਾਂ ਦੇ ਘਰ ਦੇ ਰਿਸ਼ਤੇਦਾਰ ਵੀ ਕਹਿੰਦੇ ਨੇ ਕਿ ਇਹਦਾ ਜ਼ਿੰਦਗੀ ਕਿਵੇਂ ਨਿਭੇਗੀ, ਕਿਉਂਕਿ ਜਿਹੜੀ ਇਸਤਰੀ ਹੈ, ਜਦੋਂ ਉਹਦਾ ਹਸਬੈਂਡ ਚਲੇ ਜਾਂਦਾ, ਉਹ ਵਿਚਾਰੀ ਫਿਰ ਵੀ ਹਿੰਮਤ ਕਰਕੇ ਨਾ, ਉਹਨੂੰ ਪਤਾ ਹੈ ਮੈਂ ਆਪਣੇ ਬੱਚੇ ਪਾਲਨੇ ਹਨ, ਕਿਸ ਤਰ੍ਹਾਂ ਹਿੰਮਤ ਕਰਕੇ ਸਮਾਂ ਗੁਜ਼ਾਰਦੀ। ਪਰ ਜਿਸ ਆਦਮੀ ਦੀ ਇਸਤਰੀ ਚਲੇ ਜਾਏ, ਉਹਦੀ ਤਾਂ ਜ਼ਿੰਦਗੀ ਕੀ, ਉਹਦੀ ਤਾਂ ਉਮਰ ਹੀ ਅੱਧੀ ਰਹਿ ਜਾਣੀ ਹੈ। ਉਹਨੂੰ ਲੱਗਦਾ ਮੇਰੀ ਜ਼ਿੰਦਗੀ ਦਾ ਕੋਈ ਸਵਾਦ ਹੀ ਨਹੀਂ ਹੈ, ਮੇਰੇ ਬੱਚੇ ਕੌਣ ਪਾਲੇਗਾ, ਮੇਰਾ ਘਰ ਕੌਣ ਸਵਾਰੇਗਾ, ਘਰ ਨੂੰ ਕੌਣ ਦੇਖੇਗਾ। ਇਸ ਕਰਕੇ ਸਾਰੇ ਘਰ ਦੇ ਜੀਅ ਫਿਰ ਸਮਝਦੇ ਨੇ ਕਿ ਕੋਈ ਜ਼ਰੂਰਤਮੰਦ, ਕੋਈ ਵੀ ਇਸਨੂੰ ਇਸਤਰੀ ਦਾ ਸਾਥ ਚਾਹੀਦਾ। ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਦਾਨ, ਕਿ ਫਿਰ ਦੂਸਰੀ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ। ਭੰਡ ਹੋਵੇ ਬੰਦਾਨ, ਬੰਦਾਨ ਮੀਨਸ ਰਿਸ਼ਤੇ ਨਾਤੇ ਸਾਰੇ ਇਸਤਰੀ ਨਾਲ ਹੀ ਨਿਭਦੇ ਹਨ। ਸੋ ਕਿਉਂ ਮੰਦਾ ਆਖੀਏ ਜਿਸ ਜੰਮੇ ਰਾਜਾਨ। ਇਸਤਰੀ ਦੀ ਕੁੱਖ ਤੋਂ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਜਨਮ ਲੈਂਦੇ ਹਨ। ਇਸ ਕਰਕੇ ਮਨੁੱਖ ਨੂੰ ਇਸਤਰੀ ਨੂੰ ਮੰਦਾ ਬੋਲਣਾ ਸ਼ੋਭਾ ਨਹੀਂ ਦਿੰਦਾ। ਕਲੀਅਰ। ਸੈਕਿੰਡ ਪੈਰਾ, ਭੰਡੋ ਹੀ ਭੰਡ ਉਪਜੇ, ਭੰਡੇ ਬਾਜ ਨਾ ਕੋਏ। ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ। ਹੁਣ ਇਸਤਰੀ ਨੇ ਹੀ ਇਸਤਰੀ ਨੂੰ ਜਨਮ ਦੇਣਾ, ਪੁੱਤਰ ਨੂੰ ਵੀ ਜਨਮ ਦੇਣ ਵਾਲੀ ਇਸਤਰੀ, ਧੀ ਨੂੰ ਵੀ ਜਨਮ ਦੇਣ ਵਾਲੀ ਇਸਤਰੀ। ਭੰਡੇ ਬਾਜ ਨਾ ਕੋਏ, ਇਸਤਰੀ ਤੋਂ ਬਿਨਾ ਸੰਸਾਰ ਦੀ ਹੋਂਦ ਸਵੀਕਾਰੀ ਨਹੀਂ ਜਾ ਸਕਦੀ। ਸਿਰਫ ਇੱਕ ਪਰਮਾਤਮਾ ਦੀ ਹੋਂਦ ਸਵੀਕਾਰੀ ਗਈ ਹੈ ਇਸਤਰੀ ਤੋਂ ਬਿਨਾ। ਜੋ ਪਰਮਾਤਮਾ ਸੱਚਾ ਹੈ, ਜੋ ਕਿ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਹੈ, ਸਾਰੇ ਸੰਸਾਰ ਦਾ ਸਿਰਜਣਹਾਰ ਹੈ, ਪਾਲਣਹਾਰ ਹੈ, ਰੱਖਣਹਾਰ ਹੈ। ਸਿਰਫ ਨਾਨਕ ਭੰਡੇ ਬਾਹਰਾ, ਇੱਕੋ ਸੱਚਾ ਸੋਏ। ਸੱਚਾ ਕੌਣ ਹੈ? ਪਰਮਾਤਮਾ। ਪਰਮਾਤਮਾ ਹੀ ਇੱਕ ਸੱਚਾ ਹੈ ਜੋ ਕਿ ਇਸ ਸੰਸਾਰ ਨੂੰ ਚਲਾਉਣ ਵਾਲਾ ਹੈ, ਜੋ ਕਿ ਇਸਤਰੀ ਤੋਂ ਬਿਨਾ ਹੈ, ਇਸਤਰੀ ਤੋਂ ਬਿਨਾ ਪੈਦਾ ਹੋਇਆ। ਨਹੀਂ ਤਾਂ ਇਸਤਰੀ ਹੀ ਜਨਮਦਾਤੀ ਹੈ, ਪਾਲਣ ਵਾਲੀ ਹੈ। ਇਸਤਰੀ ਤੋਂ ਬਿਨਾ ਸੰਸਾਰ ਦੀ ਹੋਂਦ ਅਸੰਭਵ ਹੈ। ਜਿਤ ਮੁਖ ਸਦਾ ਸਲਾਈਏ, ਭਾਗਾ ਰੱਤੀ ਚਾਰ। ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਰੱਤੀ ਦਾ ਮਤਲਬ ਹੁੰਦਾ ਮਣੀ। ਇੱਥੇ ਭਾਗਾ ਰੱਤੀ ਚਾਰ ਦਾ ਭਾਵ ਹੈ ਉਹ ਇਨਸਾਨ ਬੜੇ ਚੰਗੇ ਭਾਗਾਂ ਵਾਲੇ ਹਨ, ਚੰਗੀ ਕਿਸਮਤ ਵਾਲੇ ਹਨ, ਜਿਹੜੇ ਕਿ ਪਰਮਾਤਮਾ ਦੀ ਸਿਫਤ ਕਰਦੇ ਹਨ। ਕਿਉਂ ਪਰਮਾਤਮਾ ਦੀ ਸਿਫਤ ਕਰਦੇ ਹਨ? ਕਿਉਂਕਿ ਪਰਮਾਤਮਾ ਹੀ ਹੈ ਜੋ ਕਿ ਇਸਤਰੀ ਤੋਂ ਬਿਨਾ ਜਿਸ ਦੀ ਹੋਂਦ ਸਵੀਕਾਰ ਕੀਤੀ ਗਈ ਹੈ। ਪਰਮਾਤਮਾ ਹੈ ਜੋ ਕਿ ਸੰਸਾਰ ਦਾ ਸਿਰਜਕ ਹੈ, ਸੰਸਾਰ ਦਾ ਪਾਲਣਹਾਰ ਹੈ। ਕਲੀਅਰ ਹੈ। ਪਰਮਾਤਮਾ ਦੀ ਜੋਤ ਤੋਂ ਇਹ ਸੰਸਾਰ ਪੈਦਾ ਹੋਇਆ, ਪਰਮਾਤਮਾ ਦੇ ਨੂਰ ਤੋਂ। ਦੇਖੋ, ਇਸਤਰੀ ਬੱਚੇ ਨੂੰ ਪੈਦਾ ਕਰਦੀ ਹੈ, ਬੱਚੇ ਦੇ ਅੰਗ ਪੈਰ ਸਲਾਮਤ ਨੇ, ਉਸ ਨੂੰ ਸ਼ੇਪ ਦੇਣੀ ਉਹ ਪਰਮਾਤਮਾ ਦੇ ਹੱਥ ਵਿੱਚ ਹੈ। ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਉਹ ਮੁਖ ਉਜਲੇ ਹਨ, ਉਹ ਚਿਹਰੇ ਪਰਿਵਾਨ ਹਨ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ। ਉਹ ਹਮੇਸ਼ਾ ਰੱਬ ਦੀ ਦਰਗਾਹ ਵਿੱਚ ਵੀ ਖਿੜੇ ਰਹਿੰਦੇ ਹਨ ਤੇ ਉਹਨਾਂ ਨੂੰ ਇਸ ਸੰਸਾਰ ਵਿੱਚ ਵੀ ਵਡਿਆਈ ਮਿਲਦੀ ਹੈ। ਕਲੀਅਰ ਹੈ ਬੇਟੇ? ਸੈਕਿੰਡ ਪੈਰੇ 'ਚ ਭਾਵ ਕਲੀਅਰ ਹੋਇਆ ਕਿ ਇਸਤਰੀ ਤੋਂ ਬਿਨਾ ਕੋਈ ਹੈ ਤਾਂ ਸਿਰਫ ਇੱਕ ਪਰਮਾਤਮਾ ਹੈ, ਸੱਚਾ ਸੁੱਚਾ ਪਰਮਾਤਮਾ। ਅਜੇ ਪ੍ਰਭੂ ਦੀ ਜਿਹੜੇ ਮੁਖ, ਜਿਹੜੇ ਗੁਰਮੁਖ ਸਿਫਤ ਸਲਾਹ ਕਰਦੇ ਹਨ, ਗੁਣ ਗਾਇਨ ਕਰਦੇ ਹਨ, ਵਡਿਆਈ ਕਰਦੇ ਹਨ, ਉਹ ਬਹੁਤ ਹੀ ਚੰਗੇ ਭਾਗਾਂ ਵਾਲੇ ਹੁੰਦੇ ਹਨ। ਉਹਨਾਂ ਦੇ ਮੱਥੇ ਤੇ ਭਾਗਾਂ ਦੀ ਮਣੀ ਚਮਕਦੀ ਹੈ, ਸ਼ੋਭਦੀ ਹੈ। ਔਰ ਅਜੇ ਗੁਰਮੁਖ ਹਮੇਸ਼ਾ ਉਜਲੇ ਹੁੰਦੇ ਹਨ ਰੱਬ ਦੀ ਦਰਗਾਹ ਵਿੱਚ। ਸੱਚੇ ਦਰਬਾਰ ਤੋਂ ਭਾਵ ਹੈ ਰੱਬ ਦੀ ਦਰਗਾਹ। ਭੰਡ ਸ਼ਬਦ ਹੈ ਇਸਤਰੀ ਲਈ। ਕਲੀਅਰ ਹੈ ਬੇਟੇ? ਇਹਦੇ ਅਕੋਰਡਿੰਗ 3 ਕੁਐਸਚਨ ਵੱਡੇ ਬੰਨੇ ਹਨ। ਇਸਤਰੀ ਦਾ ਅਪਮਾਨ ਕਿਉਂ ਨਹੀਂ ਕਰਨਾ ਚਾਹੀਦਾ? ਇਸਤਰੀ ਦੀ ਮਹਾਨਤਾ ਕੀ ਹੈ? ਇਹਦਾ ਕੇਂਦਰੀ ਭਾਵ ਕੀ ਹੈ? ਸਾਰਿਆਂ ਦਾ ਆਨਸਰ ਸੇਮ ਆਣਾ ਹੈ। ਇੱਕ ਵਾਰੀ ਸਮਝ ਲਓ। ਸੋ ਕਿਉ ਮੰਦਾ ਆਖੀਏ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਜੋ ਕਿ ਆਸਾ ਦੀ ਵਾਰ ਵਿੱਚੋਂ ਲਈ ਗਈ ਹੈ। ਬਾਣੀ ਕਿਹੜੀ ਹੈ? ਆਸਾ ਦੀ ਵਾਰ। ਇਸ ਵਿੱਚ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਕਵੀ ਸ਼ਬਦ ਯੂਜ਼ ਨਹੀਂ ਕਰਨਾ, ਕਵਿਤਾ ਵਰਡ ਵੀ ਯੂਜ਼ ਨਹੀਂ ਕਰਨਾ ਗੁਰਬਾਣੀ ਲਈ। ਰਚਨਾ, ਰਚਨਹਾਰ। ਕਲੀਅਰ ਹੈ? ਜਦੋਂ ਰਚਨਾ ਆਏ ਤਾਂ ਸੋ ਕਿਉ ਮੰਦਾ ਆਖੀਏ, ਜਦੋਂ ਬਾਣੀ ਆਏ ਤਾਂ ਆਸਾ ਦੀ ਵਾਰ। ਇਸ ਵਿੱਚ ਗੁਰੂ ਸਾਹਿਬ ਨੇ ਸੰਸਾਰ ਵਿੱਚ ਇਸਤਰੀ ਦੀ ਮਹਾਨਤਾ ਤੇ ਪ੍ਰਧਾਨਤਾ ਨੂੰ ਬਿਆਨ ਕੀਤਾ, ਪ੍ਰਗਟਾਇਆ ਹੈ ਕਿ ਸੰਸਾਰ ਵਿੱਚ ਇਸਤਰੀ ਸਭ ਤੋਂ ਵੱਧ ਮਹਾਨਤਾ ਰੱਖਦੀ ਹੈ, ਕਿਉਂਕਿ ਸੰਸਾਰ ਨੂੰ ਚਲਾਉਣ ਵਾਲੀ ਇਸਤਰੀ ਹੈ, ਪੈਦਾ ਕਰਨ ਵਾਲੀ ਇਸਤਰੀ, ਪਾਲਣ ਪੋਸ਼ਣ ਕਰਨ ਵਾਲੀ ਇਸਤਰੀ। ਇਸਤਰੀ ਨਾਲ ਸਾਰੇ ਰਿਸ਼ਤੇ ਨਾਤੇ ਨਿਭਦੇ ਹਨ। ਇਸਤਰੀ ਨਾਲ ਸੰਸਾਰ ਦੀ ਉਤਪਤੀ ਦਾ ਵਿਕਾਸ ਖੁੱਲਦਾ ਹੈ। ਇੱਕ ਪਰਮਾਤਮਾ ਹੀ ਹੈ ਜੋ ਕਿ ਇਸਤਰੀ ਤੋਂ ਬਿਨਾਂ ਜਿਸ ਦੀ ਹੋਂਦ ਸਵੀਕਾਰੀ ਗਈ ਹੈ,
ਇਸ ਕਰਕੇ ਜਿਹੜੇ ਮੁੱਖ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਉਹ ਰੱਬ ਦੀ ਦਰਗਾਹ ਵਿੱਚ ਇੱਜ਼ਤ ਮਾਣ ਪਾਉਂਦੇ ਹਨ, ਉਹਨਾਂ ਦੀ ਰੱਬ ਦੀ ਦਰਗਾਹ ਵਿੱਚ ਕਦਰ ਪੈਂਦੀ ਹੈ। ਕਲੀਅਰ ਹੈ ਬੇਟੇ? ਇਹ ਲਾਈਨਾਂ ਦੇਣੀਆਂ ਨੇ ਜਿਹੜੀਆਂ ਪ੍ਰਮਾਤਮਾ ਦੀ ਸਿਫਤ ਸਲਾਹ ਦੀਆਂ, ਜਦੋਂ ਕੇਂਦਰੀ ਭਾਵ ਆਏ, ਜਦੋਂ ਆਏ ਇਸਤਰੀ ਦੀ ਮਹਾਨਤਾ ਕੀ ਹੈ, ਇਸਤਰੀ ਦਾ ਸਤਿਕਾਰ ਕਿਉਂ ਕਰਨਾ ਚਾਹੀਦਾ, ਇਸਤਰੀ ਦਾ ਅਪਮਾਨ ਕਿਉਂ ਨਹੀਂ ਕਰਨਾ ਚਾਹੀਦਾ, ਫਿਰ ਇਸਤਰੀ ਦੇ ਅਕੋਰਡਿੰਗਲੀ ਉਹ ਪਹਿਲੇ ਪੈਰੇ ਦੀ ਵਿਆਖਿਆ ਕਰਕੇ ਆਨਸਰ ਲਿਖਣਾ ਹੈ। ਇਹਦੇ ਅਕੋਰਡਿੰਗ ਹੀ 1 ਮਾਰਕ ਕੁਐਸਚਨਸ ਨੇ। ਤੁਸੀਂ ਉਹ ਜੇ ਤੁਹਾਨੂੰ ਕਵਿਤਾ ਰਚਨਾ ਸਮਝ ਲੱਗ ਗਈ ਹੈ ਤਾਂ 1 ਮਾਰਕ ਕੁਐਸਚਨਸ ਵੀ ਅੱਛੀ ਤਰ੍ਹਾਂ ਕਰ ਲੋਗੇ। ਸੋ ਕਿਉਂ ਮੰਦਾ ਆਖੀਏ 'ਚ ਕਿਸ ਦਾ ਸਤਿਕਾਰ ਕਰਨ ਦੀ ਗੱਲ ਕੀਤੀ ਗਈ ਹੈ? ਇਸਤਰੀ ਦੀ। ਮਨੁੱਖ ਨੂੰ ਕੌਣ ਆਪਣੀ ਕੁੱਖ ਵਿੱਚ ਪਾਲਦੀ ਹੈ? ਇਸਤਰੀ ਕੁੱਖ ਵਿੱਚ ਪਾਲਦੀ ਹੈ, ਨਿੰਮਦੀ ਹੈ। ਕਿ ਮਨੁੱਖ ਜਦੋਂ ਬੱਚਾ ਮਾਂ ਦੀ ਕੁੱਖ ਵਿੱਚ ਹੁੰਦਾ ਹੈ, ਮਾਂ ਸਾਹ ਲੈਂਦੀ ਤੇ ਬੱਚੇ ਨੂੰ ਸਾਹ ਮਿਲਦਾ ਹੈ। ਮਾਂ ਆਹਾਰ ਖਾਂਦੀ ਹੈ, ਭੋਜਨ ਖਾਂਦੀ ਹੈ ਤੇ ਬੱਚੇ ਨੂੰ ਜਾਂਦਾ ਹੈ ਤੇ ਪ੍ਰਮਾਤਮਾ ਰੱਖਿਆ ਕਰਦਾ ਹੈ। ਇਸਤਰੀ ਕਿਸ ਨੂੰ ਜਨਮ ਦਿੰਦੀ ਹੈ? ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ। ਇਸਤਰੀ ਦੇ ਮਰਨ ਉਪਰੰਤ ਕਿਸ ਦੀ ਭਾਲ ਕੀਤੀ ਜਾਂਦੀ ਹੈ? ਦੂਸਰੀ ਇਸਤਰੀ ਦੀ। ਇੱਕੋ ਹੀ ਵਰਡ ਹੈ ਇਸਤਰੀ, ਜਿਹਦੇ ਨਾਲ ਸਾਰੇ ਕਾਰ ਵਿਹਾਰ ਚੱਲਦੇ ਹਨ। ਗੁਰੂ ਨਾਨਕ ਦੇਵ ਜੀ, ਇਹ ਐਕਸਟਰਾ ਕੁਐਸਚਨ ਹੈ, ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਨੇ? ਪਹਿਲੇ ਗੁਰੂ ਹੋਏ ਨੇ, ਜਿਨ੍ਹਾਂ ਦਾ ਜਨਮ ਨਨਕਾਣੇ ਦੀ ਧਰਤੀ ਤੇ ਹੋਇਆ, ਜਿਨ੍ਹਾਂ ਦੇ ਪਿਤਾ ਜੀ ਮਹਿਤਾ ਕਾਲੂ, ਮਾਤਾ ਦਾ ਨਾਮ ਤ੍ਰਿਪਤਾ ਜੀ ਔਰ ਬੇਬੇ ਨਾਨਕੀ ਉਹਨਾਂ ਦੀ ਭੈਣ ਹੋਈ ਹੈ। ਆਪਾਂ ਬੋਲੀ ਵਾਰਤਕ ਲੇਖ 'ਚ ਵੀ ਪੜ੍ਹਿਆ ਹੋਇਆ, ਘਰ ਦਾ ਪਿਆਰ 'ਚ ਜਾਂ ਸ਼ਾਇਦ ਪੜ੍ਹਿਆ ਸੀ ਆਪਾਂ। ਨੈਕਸਟ, ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕਿੰਨੀਆਂ ਕੀਤੀਆਂ ਸੀ? 4 ਉਦਾਸੀਆਂ ਕੀਤੀਆਂ ਸੀ। ਇਹ ਐਕਸਟਰਾ ਕੁਐਸਚਨਸ ਨੇ, ਜੇ ਤੁਸੀਂ ਮਾਈਂਡ 'ਚ ਰੱਖਣੇ ਆ ਬੋਰਡ ਦੇ ਪੁਆਇੰਟ ਆਫ ਵਿਊ ਤੋਂ। ਨੈਕਸਟ ਰਚਨਾ ਹੈ ਕਿਰਪਾ ਕਰਕੇ ਬਖਸ਼ ਲਿਓ। ਦੂਸਰੀ ਰਚਨਾ ਆਪਣੀ, 2 ਹੀ ਰਚਨਾਵਾਂ ਨੇ ਆਪਣੀਆਂ PT 1 'ਚ। ਕਿਰਪਾ ਮੀਨਸ ਮੇਰ। ਪਹਿਲਾਂ ਲਾਈਨ ਦਾ ਭਾਵ ਸਮਝੋ। ਕਿਰਪਾ ਕਰਕੇ ਬਖਸ਼ ਲਿਓ, ਬਖਸ਼ ਲਿਓ ਮੀਨਸ ਸਾਨੂੰ ਬਖਸ਼ ਦਿਓ, ਮਾਫ ਕਰ ਦਿਓ। ਇਹ ਰਚਨਾ ਗੁਰੂ ਅਮਰਦਾਸ ਜੀ ਦੀ ਹੈ, ਤੀਸਰੇ ਗੁਰੂ, ਸਿੱਖਾਂ ਦੇ ਤੀਸਰੇ ਗੁਰੂ। ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ, ਦੂਜੇ ਗੁਰੂ ਗੁਰੂ ਅੰਗਦ ਦੇਵ ਜੀ, ਤੀਸਰੇ ਗੁਰੂ ਅਮਰਦਾਸ ਜੀ, ਜਿਨ੍ਹਾਂ ਨੇ ਰਚਨਾ ਲਿਖੀ ਕਿਰਪਾ ਕਰਕੇ ਬਖਸ਼ ਲਿਓ। ਉਹਨਾਂ ਦੀ ਕਿਹੜੀ ਬਾਣੀ ਚੋਂ ਹੈ? ਸ਼ਲੋਕ 12 ਤੋਂ ਵਧੇਕ। ਸ਼ਲੋਕ 12 ਤੋਂ ਵਧੇਕ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਿਹਦੇ ਵਿੱਚੋਂ ਇਹ ਸ਼ਲੋਕ ਲਿਆ ਗਿਆ ਹੈ। ਇਸ ਵਿੱਚ ਗੁਰੂ ਸਾਹਿਬ ਨੇ ਅਰਦਾਸ ਦੀ ਭਾਵਨਾ ਵਿੱਚ ਪਰਮਾਤਮਾ ਦੇ ਅੱਗੇ ਅਰਜ਼ੋਈ ਕੀਤੀ ਹੈ, ਬੇਨਤੀ ਕੀਤੀ ਹੈ। ਕੀ ਬੇਨਤੀ ਕੀਤੀ ਹੈ? ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਅਸੀਂ ਮੀਨਸ ਸੰਸਾਰਕ ਜੀਵ। 1 ਵਰਡ ਮੀਨਿੰਗ ਲਿਖੋ ਬੇਟੇ। ਅਸੀਂ ਤੋਂ ਭਾਵ ਸੰਸਾਰਕ ਜੀਵ। ਸੰਸਾਰਕ ਜੀਵ ਵਿੱਚ ਪੁਰਖ ਇਸਤਰੀ ਕੇ ਸਾਰੇ ਹੀ ਆ ਜਾਂਦੇ ਹਨ। ਅਸੀਂ ਸਾਰੇ ਸੰਸਾਰਕ ਜੀਵ। ਖੱਤੇ ਮਤਲਬ ਪਾਪ, ਖੱਤੇ ਪਾਪ, ਗੁਨਾਹ, ਗਲਤੀਆਂ, ਭੁੱਲਾਂ, ਇਹਦਾ ਮੀਨਿੰਗ ਹੈ ਖੱਤੇ ਦਾ। ਬਹੁਤ ਕਮਾਉਂਦੇ, ਬਹੁਤ ਕਰਦੇ ਆ, ਜਾਣੇ ਅਣਜਾਣੇ 'ਚ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀਆਂ ਸਾਡੀਆਂ ਗਲਤੀਆਂ ਤਾਂ। ਕਿਉਂਕਿ ਕਹਿੰਦੇ ਨੇ ਨਾ, ਮਨੁੱਖ ਭੁੱਲਣਹਾਰ ਹੈ, ਪਰਮਾਤਮਾ ਬਖਸ਼ਣਹਾਰ ਹੈ। ਜੇ ਅਸੀਂ ਜਾਣੇ ਅਣਜਾਣੇ 'ਚ ਗਲਤੀਆਂ ਕਰਦੇ ਹਾਂ, ਪਰ ਪਰਮਾਤਮਾ ਉਦੋਂ ਬਖਸ਼ਦਾ ਹੈ ਜਦੋਂ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤੇ ਅਸੀਂ ਸੱਚੇ ਦਿਲੋਂ ਉਸ ਗਲਤੀ ਦਾ ਪਛਤਾਵਾ ਕਰਦੇ ਹਾਂ, ਤਾਂ ਪਰਮਾਤਮਾ ਸੱਚਮੁੱਚੀ ਸਾਡੇ ਤੇ ਮਿਹਰ ਕਰਕੇ, ਸਾਡੇ ਤੇ ਪ੍ਰਸੰਨ ਹੋ ਕੇ ਸਾਨੂੰ ਬਖਸ਼ ਦਿੰਦਾ ਹੈ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ। ਪਾਰਾਵਾਰ ਦਾ ਮੀਨਿੰਗ ਹੈ ਬੇਸ਼ੁਮਾਰ। ਕਈ ਬੱਚਿਆਂ ਨੇ ਨੋਟਬੁੱਕ ਤੇ ਬੇਸ਼ੁਮਾਰ ਦੇ ਸਪੈਲਿੰਗ ਗਲਤ ਕੀਤੇ ਹੈ। ਬੇਸ਼ੁਮਾਰ, ਬੇ ਅਗੇਤਰ ਲਾ ਕੇ ਉਰਦੂ ਫਾਰਸੀ ਦਾ ਸ਼ਬਦ ਹੈ ਕਿ ਅਸੀਂ ਸੰਸਾਰਕ ਜੀਵ ਅਣਗਿਣਤ ਭੁੱਲਾਂ ਕਰਨ ਵਾਲੇ ਹਾਂ। ਬੇਸ਼ੁਮਾਰ ਨਹੀਂ ਲਿਖਣਾ, ਅਣਗਿਣਤ ਭੁੱਲਾਂ ਕਰਨ ਵਾਲੇ ਜੀਵ ਹਾਂ। ਹਰ ਕਿਰਪਾ ਕਰਕੇ ਬਖਸ਼ ਲਿਓ, ਹੋ ਪਾਪੀ ਵਡਗੁਣਗਾਰ। ਹੇ ਪ੍ਰਮਾਤਮਾ, ਹਰੀ ਮੀਨਸ ਪਰਮਾਤਮਾ, ਸਾਡੇ ਤੇ ਮਿਹਰ ਕਰਕੇ ਸਾਡੇ ਪਾਪਾਂ ਨੂੰ ਬਖਸ਼ ਦਿਓ, ਕਿਉਂਕਿ ਅਸੀਂ ਬੜੇ ਵੱਡੇ ਪਾਪੀ ਹਾਂ, ਬੜੇ ਵੱਡੇ ਗੁਨਾਹਗਾਰ ਹਾਂ, ਹੰਕਾਰੀ ਹਾਂ। ਹੰਕਾਰ ਵਿੱਚ ਆ ਕੇ, ਹਉ ਮੀਨਸ ਹੰਕਾਰ ਵਿੱਚ ਆ ਕੇ ਸਾਡੇ ਤੋਂ ਬਹੁਤ ਹੀ ਵੱਡੀਆਂ ਵੱਡੀਆਂ ਗਲਤੀਆਂ ਹੋ ਗਈਆਂ ਹਨ, ਭੁੱਲਾਂ ਹੋ ਗਈਆਂ ਹਨ। ਇਸ ਕਰਕੇ ਤੁਸੀਂ ਆਪ ਹੀ ਮਿਹਰ ਕਰਕੇ ਸਾਡੇ ਪਾਪਾਂ ਨੂੰ ਬਖਸ਼ ਦਿੱਤਾ ਜਾਵੇ। ਇਹ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ। ਇਹ ਰਚਨਾ ਕਿਸ ਭਾਵਨਾ ਵਿੱਚ ਹੈ ਰਚੀ ਗਈ? ਅਰਦਾਸ ਦੀ ਭਾਵਨਾ ਵਿੱਚ, ਪਰਮਾਤਮਾ ਦੇ ਅੱਗੇ ਅਰਜ਼ੋਈ ਕਰਨ ਦੀ ਭਾਵਨਾ ਵਿੱਚ ਇਹ ਰਚਨਾ ਰਚੀ ਗਈ ਹੈ। ਇਹਦਾ ਵਿਸ਼ਾ ਇਹ ਹੈ, ਹਰ ਜੀਉ ਲੇਖੇ ਵਾਰ ਨਾ ਆਵੇ, ਤੂੰ ਬਖਸ਼ ਮਿਲਾਵਨਹਾਰ। ਪਰਮਾਤਮਾ ਨੂੰ ਕੀ ਅਰਦਾਸ ਕੀਤੀ ਹੈ ਕਿ ਇਹ ਪਰਮਾਤਮਾ, ਸਾਡੀਆਂ ਇੰਨੀਆਂ ਕੁ ਗਲਤੀਆਂ ਨੇ, ਸਾਡੇ ਕੀਤੇ ਹੋਏ ਕਰਮਾਂ ਅਨੁਸਾਰ, ਮਾੜੇ ਕਰਮਾਂ ਅਨੁਸਾਰ, ਕੀਤੀਆਂ ਹੋਈਆਂ ਗਲਤੀਆਂ ਅਨੁਸਾਰ ਸਾਡੀ ਵਾਰੀ ਆਣੀ ਮੁਸ਼ਕਿਲ ਹੈ। ਸਾਡਾ ਲੇਖੇ ਜੋਖੇ ਦਾ ਹਿਸਾਬ ਨਹੀਂ ਹੋ ਸਕਦਾ। ਇਸ ਕਰਕੇ ਤੁਸੀਂ ਪਹਿਲਾਂ ਹੀ
ਸਾਡੇ ਤੇ ਕਿਰਪਾ ਕਰਕੇ ਸਾਡੇ ਪਾਪਾ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲਵੋ। ਮਿਲਾਵਨਹਾਰ, ਤੁਸੀਂ ਤਾਂ ਮਿਲਾ ਦੇਣ ਵਾਲੇ ਹੋ, ਤੁਸੀਂ ਤਾਂ ਸਾਡੀਆਂ ਭੁੱਲਾਂ ਨੂੰ ਮਾਫ ਕਰ ਦੇਣ ਵਾਲੇ ਹੋ। ਇਸ ਕਰਕੇ ਸਾਡੀਆਂ ਗਲਤੀਆਂ ਦੀ ਸਾਨੂੰ ਮਾਫੀ ਦਿੱਤੀ ਜਾਵੇ। ਜੇ ਸਾਡੇ ਜਿੰਨੇ ਸਾਡੇ ਅਸੀਂ ਪਾਪ ਕੀਤੇ ਉਹ ਸੰਸਾਰ ਤਾਂ ਸਾਡੇ ਲੇਖੇ ਜੋਖੇ ਦੀ ਵਾਰੀ ਆਣੀ ਬਹੁਤ ਮੁਸ਼ਕਿਲ ਹੈ, ਉਹ ਵਾਰੀ ਨਹੀਂ ਆ ਸਕਦੀ। ਬਖਸ਼ਿਸ਼ ਦੀ ਵਾਰੀ ਆਣੀ ਬਹੁਤ ਮੁਸ਼ਕਿਲ ਹੈ। ਇਸ ਕਰਕੇ ਤੁਸੀਂ ਆਪਣੀ ਕਿਰਪਾ ਤੇ ਮਿਹਰ ਕਰਕੇ ਮਿਹਰ ਦੀ ਦਾਤ ਦਿਓ, ਮਿਹਰ ਦੀ ਦਾਤ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਸਥਾਨ ਦਿੱਤਾ ਜਾਵੇ। ਹਰ ਗੁਰ ਝੂਠੇ ਹਰ ਪ੍ਰਭ ਮੇਲਿਆ, ਸਭ ਕਿਲਵੇ ਕੱਟ ਵਿਕਾਰ। ਹੁਣ ਗੁਰੂ ਕੀ ਹੈ? ਇੱਕ ਜ਼ਰੀਆ ਹੈ ਪਰਮਾਤਮਾ ਨਾਲ ਮਿਲਾਉਣ ਦਾ। ਅਸੀਂ ਗੁਰੂ ਧਾਰਨ ਕਰਦੇ ਹਾਂ, ਸਾਡੇ ਗੁਰੂ ਗ੍ਰੰਥ ਸਾਹਿਬ ਹੈ, ਕਈਆਂ ਨੇ ਆਪਣੇ ਆਪਣੇ ਧਰਮ ਅਨੁਸਾਰ ਗੁਰੂ ਧਾਰਨ ਕੀਤਾ ਹੋਇਆ। ਕਿਉਂ? ਕਿਉਂਕਿ ਸਾਨੂੰ ਗੁਰਬਾਣੀ ਰਾਹੀਂ, ਵਿਚਾਰਾਂ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਦਾ ਰਾਹ ਦਰਸਾਇਆ ਜਾਣਾ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਣੀ ਹੈ। ਜਿਸ ਉੱਤੇ ਗੁਰੂ ਪ੍ਰਸੰਨ ਹੋ ਗਿਆ, ਗੁਰੂ ਪ੍ਰਸੰਨ ਹੋ ਕੇ ਪਰਮਾਤਮਾ ਨਾਲ ਮਿਲਾ ਦਿੰਦਾ ਹੈ ਤੇ ਸਾਡੇ ਸਾਰੇ ਪਾਪ ਕੱਟੇ ਜਾਂਦੇ ਹਨ। ਕਿਲਵਿਖ ਕੱਟ ਵਿਕਾਰ, ਕਿਲਵਿਖ ਮੀਨਸ ਪਾਪ, ਵਿਕਾਰ ਮੀਨਸ ਜਿਹੜੇ ਅਸੀਂ ਵਿਸ਼ੇ ਵਿਕਾਰਾਂ ਵਿੱਚ ਘਿਰੇ ਹੋਏ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਆ ਕੇ ਤਾਂ ਅਸੀਂ ਗਲਤੀਆਂ ਕਰ ਰਹੇ ਹਾਂ। ਪਰਮਾਤਮਾ ਸਾਡੇ ਤੇ ਮਿਹਰ ਕਰਕੇ ਸਾਡੇ ਪਾਪਾਂ ਨੂੰ ਬਖਸ਼ ਦਿੰਦਾ ਹੈ ਤੇ ਗੁਰੂ ਸਾਨੂੰ ਪ੍ਰਸੰਨ ਹੋ ਕੇ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਕੁਐਸਚਨ ਕੀ ਆਏਗਾ? ਗੁਰੂ ਪ੍ਰਸੰਨ ਹੋ ਕੇ ਕੀ ਕਰਦਾ ਹੈ? ਪਰਮਾਤਮਾ ਨਾਲ ਮਿਲਾ ਦਿੰਦਾ ਹੈ ਤੇ ਪਰਮਾਤਮਾ ਸਾਡੇ ਤੇ ਮਿਹਰ ਕਰਕੇ ਸਾਡੇ ਸਾਰੇ ਪਾਪ ਤੇ ਗੁਨਾਹ ਮਾਫ ਕਰ ਦਿੰਦਾ ਹੈ। ਸਾਡੇ ਸਾਰੇ ਪਾਪ ਤੇ ਗੁਨਾਹ ਮਾਫ ਹੋ ਜਾਂਦੇ ਹਨ। ਲਾਸਟ ਲਾਈਨ, ਜਿਨ ਹਰ ਹਰ ਨਾਮ ਧਿਆਇਆ, ਨਾਨਕ ਤਿਨ ਜੈਕਾਰ। ਜਿਹੜੇ ਇਸ ਸੰਸਾਰ ਵਿੱਚ ਆ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ, ਪਰਮਾਤਮਾ ਦਾ ਨਾਮ ਜਪਦੇ ਹਨ, ਪਰਮਾਤਮਾ ਦੀ ਵਡਿਆਈ ਕਰਦੇ ਹਨ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਤੇ ਆਪਣੇ ਮਨ ਅੰਦਰ ਪਰਮਾਤਮਾ ਦੀ ਯਾਦ ਨੂੰ ਵਸਾਈ ਰੱਖਦੇ ਹਨ, ਉਹ ਪਿਆਰਿਆਂ ਨੂੰ ਪਰਮਾਤਮਾ ਆਪਣੇ ਲੜ ਲਾਈ ਰੱਖਦਾ ਹੈ ਤੇ ਉਹਨਾਂ ਨੂੰ ਪ੍ਰਸ਼ੰਸਾ ਹਾਸਲ ਹੁੰਦੀ ਹੈ, ਵਡਿਆਈ ਹਾਸਲ ਹੁੰਦੀ। ਨਾਨਕ ਤਿੰਨ ਜੈਕਾਰ, ਉਹਨਾਂ ਦੀ ਇਸ ਸੰਸਾਰ ਵਿੱਚ ਵੀ ਜੈ ਜੈਕਾਰ ਹੁੰਦੀ ਹੈ, ਵਡਿਆਈ ਮਿਲਦੀ ਹੈ ਤੇ ਉਹ ਪਰਮਾਤਮਾ ਦੀ ਦਰਗਾਹ ਵਿੱਚ ਵੀ ਪ੍ਰਵਾਨ ਹੁੰਦੇ ਹਨ। ਕਲੀਅਰ ਹੈ ਬੇਟੇ? ਹੁਣ ਇਹਦੇ ਅਕੋਰਡਿੰਗ ਕੁਐਸਚਨ ਆਨਸਰ ਨੇ 1 ਮਾਰਕ ਵੀ ਆਣੇ ਹੈ ਔਰ ਕਵਿਤਾ ਤੇ ਵਾਰਤਕ ਵਿੱਚੋਂ ਵੱਡੇ ਪ੍ਰਸ਼ਨ ਆਣੇ ਹਨ, 3-3 ਨੰਬਰ ਵਾਲੇ। ਵੈਸੇ ਬੋਰਡ ਦੇ ਪੁਆਇੰਟ ਆਫ ਵਿਊ ਤੋਂ 4 ਨੰਬਰ ਦਾ ਕੁਐਸਚਨ ਹੈ, ਪਰ PT1 ਚ 3 ਮਾਰਕਸ ਦਾ ਕੁਐਸਚਨ ਆਏਗਾ ਕਵਿਤਾ ਤੇ ਵਾਰਤਕ ਚੋਂ, ਔਰ ਕਹਾਣੀ ਵਿੱਚੋਂ 2-2 ਮਾਰਕਸ ਦੇ ਕੁਐਸਚਨ ਆਣੇ, ਔਰ ਸਾਰੇ ਪਾਰਟਸ ਦੇ ਵਿੱਚੋਂ 1 ਮਾਰਕ ਕੁਐਸਚਨ 10 ਆਉਣੇ ਹਨ। ਇਸ ਕਰਕੇ 1 ਮਾਰਕ ਕੁਐਸਚਨ ਇਗਨੋਰ ਨਹੀਂ ਕੀਤੇ ਜਾ ਸਕਦੇ। ਲੈਸਨ ਨੂੰ ਥੋਰੋਲੀ ਰੀਡ ਕਰਨਾ ਹੈ, ਸਮਝਣਾ ਹੈ 1 ਮਾਰਕ ਕੁਐਸਚਨ ਕਰਨ ਲਈ। ਹੁਣ ਇਹਦਾ ਕੇਂਦਰੀ ਭਾਵ ਕੀ ਬਣਿਆ? ਦੋਨੋਂ ਪੈਰਿਆਂ ਦਾ ਭਾਵ ਅਰਥ ਲਿਖਣਾ ਹੈ। ਗੁਰੂ ਅਮਰਦਾਸ ਜੀ ਦੀ ਰਚੀ ਹੋਈ ਰਚਨਾ ਕਿਰਪਾ ਕਰਕੇ ਬਖਸ਼ ਲਿਓ ਵਿੱਚ ਗੁਰੂ ਸਾਹਿਬ ਨੇ ਪਰਮਾਤਮਾ ਦੇ ਅੱਗੇ ਅਰਦਾਸ ਦੀ ਭਾਵਨਾ ਵਿੱਚ ਬੇਨਤੀ ਕੀਤੀ ਹੈ ਕਿ ਅਸੀਂ ਸੰਸਾਰਕ ਜੀਵ ਗਲਤੀਆਂ ਕਰਨ ਵਾਲੇ ਹਾਂ, ਸਾਡੀਆਂ ਕੀਤੀਆਂ ਗਲਤੀਆਂ ਦਾ ਕੋਈ ਅੰਤ ਨਹੀਂ, ਸਾਡੀਆਂ ਕੀਤੀਆਂ ਗਲਤੀਆਂ ਅਨੁਸਾਰ ਸਾਡੇ ਲੇਖੇ ਜੋਖੇ ਦੀ ਵਾਰੀ ਆਣੀ ਬਹੁਤ ਮੁਸ਼ਕਲ ਹੈ। ਪਰਮਾਤਮਾ ਜੋ ਕਿ ਬੜਾ ਦਿਆਲੂ ਹੈ, ਕਿਰਪਾਲੂ ਹੈ, ਉਹ ਪਰਮਾਤਮਾ ਸਾਡੇ ਤੇ ਮਿਹਰ ਕਰਕੇ ਆਪਣੀ ਕਿਰਪਾ ਕਰਕੇ ਸਾਨੂੰ ਸਾਡੇ ਪਾਪਾਂ ਨੂੰ ਬਖਸ਼ ਦੇਵੇ ਤੇ ਸਾਨੂੰ ਆਪਣੇ ਨਾਲ ਮਿਲਾ ਦੇਵੇ। ਪਰਮਾਤਮਾ ਦੇ ਕੋਲੋਂ ਨਾਮ ਦੀ ਦਾਤ ਤੇ ਬਖਸ਼ਿਸ਼ ਦੀ ਦਾਤ ਮੰਗੀ ਗਈ ਹੈ ਤੇ ਪਰਮਾਤਮਾ ਜਿਸ ਉੱਤੇ ਕਿਰਪਾ ਕਰ ਦੇਵੇ ਉਸਦੇ ਸਾਰੇ ਪਾਪ ਤੇ ਵਿਕਾਰ ਕੱਟੇ ਜਾਂਦੇ ਹਨ, ਉਸਦੇ ਸਾਰੇ ਪਾਪਾਂ ਨੂੰ ਮਾਫ ਕਰ ਦਿੰਦਾ ਹੈ ਪਰਮਾਤਮਾ। ਤੇ ਜਿਹੜੇ ਇਸ ਸੰਸਾਰ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੀ ਇਸ ਸੰਸਾਰ ਵਿੱਚ ਵੀ ਵਡਿਆਈ ਹੁੰਦੀ ਹੈ ਤੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਇੱਜ਼ਤ ਮਾਣ ਮਿਲਦਾ ਹੈ। ਕਲੀਅਰ ਹੈ ਬੱਚੇ? ਇਹਦੇ ਅਕੋਰਡਿੰਗ 1 ਮਾਰਕ ਕੁਐਸਚਨਸ ਵੀ ਦੇਖ ਲਓ ਕਿ ਮਨੁੱਖ ਕਿਉਂ ਜਿਹਾ ਹੈ, ਮਨੁੱਖ ਦੀ ਬਿਰਤੀ ਕਿਉਂ ਜੀ ਹੈ। ਬਿਰਤੀ ਮੀਨਸ ਭਾਵਨਾ ਕਿਉਂ ਜੀ ਹੈ? ਪਾਪ ਕਰਨ ਵਾਲੀ ਹੈ, ਗਲਤੀਆਂ ਕਰਨ ਵਾਲੀ ਹੈ। ਕੌਣ ਬੇਸ਼ੁਮਾਰ ਗਲਤੀਆਂ ਕਰਦਾ ਹੈ? ਮਨੁੱਖੀ ਜੀਵ, ਸੰਸਾਰਕ ਜੀਵ, ਮਨੁੱਖ ਗਲਤੀਆਂ ਕਰਦਾ ਹੈ। ਗੁਰੂ ਪ੍ਰਸੰਨ ਹੋ ਕੇ ਕੀ ਕਿਰਪਾ ਕਰਦਾ ਹੈ? ਗੁਰੂ ਪ੍ਰਸੰਨ ਹੋ ਕੇ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਪਰਮਾਤਮਾ ਤੋਂ ਕਿਹੜੀ ਦਾਤ ਮੰਗੀ ਗਈ ਹੈ? ਨਾਮ ਦੀ ਦਾਤ ਤੇ ਬਖਸ਼ਿਸ਼ ਦੀ ਦਾਤ ਮੰਗੀ ਗਈ ਹੈ। ਇਹ ਹੁਣ ਤੁਸੀਂ ਕਾਵ ਰਚਨਾਵਾਂ ਦੋਨੋਂ ਪ੍ਰਪੇਅਰ ਕਰ ਲੈਣੀਆਂ ਹਨ। ਔਰ ਆਲਰੇਡੀ ਆਪਾਂ ਵਾਰਤਕ ਲੇਖ ਘਰ ਦਾ ਪਿਆਰ ਕਿਸ ਦਾ ਲਿਖਿਆ ਹੋਇਆ? ਪ੍ਰਿੰਸੀਪਲ ਤੇਜਾ ਸਿੰਘ। ਬੋਲੀ ਵਾਰਤਕ ਲੇਖ ਕਿਸ ਦਾ ਲਿਖਿਆ ਹੋਇਆ? ਸਰਦਾਰ ਗੁਰਬਖਸ਼ ਸਿੰਘ ਦਾ। ਕੁਲਫੀ ਕਹਾਣੀ ਕਿਸ ਦੀ ਲਿਖੀ ਹੋਈ ਹੈ? ਪ੍ਰਿੰਸੀਪਲ ਸੁਜਾਨ ਸਿੰਘ ਦੀ। ਕਵਿਤਾਵਾਂ ਦੇ ਕਵੀ, ਕਾਵ ਰਚਨਾਵਾਂ ਦੇ ਰਚਨਹਾਰ ਲਰਨ ਕਰਨੇ ਹਨ, ਵਾਰਤਕ ਲੇਖਾਂ ਦੇ ਲੇਖਕ ਲਰਨ ਕਰਨੇ ਹਨ, ਕਹਾਣੀ ਦਾ ਲੇਖਕ ਲਰਨ ਕਰਨਾ ਹੈ ਪ੍ਰਿੰਸੀਪਲ ਸੁਜਾਨ ਸਿੰਘ। ਇਹਦੇ ਅਕੋਰਡਿੰਗ ਫਿਰ 1 ਮਾਰਕ ਕੁਐਸਚਨ ਪ੍ਰਪੇਅਰ ਕਰਨੇ ਹਨ, ਫਿਰ ਵੱਡੇ ਕੁਐਸਚਨ ਪ੍ਰਪੇਅਰ ਕਰਨੇ ਹਨ।
ਕਲੀਅਰ ਹੈ ਬੱਚੇ? ਹੁਣ ਆਪਾਂ ਕਰੀਏ ਬਹੁ ਆਰਥਕ ਸ਼ਬਦ। ਬਹੁ ਆਰਥਕ ਸ਼ਬਦ ਇੱਕ ਸ਼ਬਦ ਦੇ ਬਹੁਤੇ ਅਰਥ ਰੱਖਣ ਨੂੰ ਬਹੁ ਆਰਥਕ ਸ਼ਬਦ ਕਹਿੰਦੇ ਹਨ। ਆਪਣੀ ਬੁੱਕ ਦੇ ਵਿੱਚੋਂ 1 to 25 ਬਹੁ ਆਰਥਕ ਤੁਸੀਂ ਪ੍ਰਪੇਅਰ ਕਰਨੇ ਹਨ। ਕਲੀਅਰ ਹੈ ਬੱਚੇ? ਅਰਥ ਸਮਝ ਕੇ ਕਰਨੇ ਹਨ, ਕਿਉਂਕਿ ਇੱਕ ਸ਼ਬਦ ਦਿੱਤਾ, ਦੂਸਰਾ ਅਰਥ ਦੱਸੋ। ਇੱਕ ਸ਼ਬਦ ਦੇ ਹੋਰ ਕਿੰਨੇ ਬਹੁ ਆਰਥਕ ਬਣਦੇ ਹਨ, ਜਾਂ ਇੱਕ ਸੈਂਟੈਂਸ ਦਿੱਤਾ ਹੈ, ਉਹ ਉੱਠਦਿਆਂ ਸਾਰ ਹੀ ਪੜਨ ਬੈਠ ਗਿਆ, ਉਸ ਦੀ ਕਿਸੇ ਨੇ ਸਾਰ ਨਾ ਲਈ। ਕਲੀਅਰ? ਉਸਨੇ ਆਪਣਾ ਕੰਮ ਆਪੇ ਹੀ ਸਾਰ ਲਿਆ। ਇਹਦੇ ਵਿੱਚ ਪਹਿਲੇ ਦਾ ਮੀਨਿੰਗ ਕੀ ਹੈ? ਉਸੇ ਵੇਲੇ। ਦੂਸਰੇ ਦਾ ਮੀਨਿੰਗ ਕੀ ਹੈ? ਖਬਰ ਨਹੀਂ ਲਈ। ਤੀਸਰਾ ਕੀ? ਉਸਨੇ ਆਪਣਾ ਕੰਮ ਆਪੇ ਹੀ ਪੂਰਾ ਕਰ ਲਿਆ। ਇਸ ਤਰ੍ਹਾਂ ਸੈਂਟੈਂਸ ਆਣੇ ਹਨ, ਤੁਸੀਂ ਇਹ ਪ੍ਰਪੇਅਰ ਕਰ ਲੈਣੇ ਹਨ। ਬਾਕੀ ਆਪਾਂ ਕੱਲ ਦੀ ਕਲਾਸ 'ਚ ਕਰਾਂਗੇ ਬੇਟੇ। ਥੈਂਕ ਯੂ ਸੋ ਮਚ।